Hello students. Beta, in this video we are going to discuss about specific heat. Specific heat denoted by small c. ਇਸ ਤੋਂ ਪ੍ਰੀਵੀਅਸ ਵੀਡੀਓ 'ਚ ਆਪਾਂ ਨੇ ਡਿਸਕਸ ਕੀਤਾ ਸੀਗਾ ਅਬਾਊਟ ਥਰਮਲ ਐਕਸਪੈਂਸ਼ਨ, ਲੀਨੀਅਰ ਐਕਸਪੈਂਸ਼ਨ, ਸੁਪਰਫਿਸ਼ੀਅਲ ਐਕਸਪੈਂਸ਼ਨ, ਕਿਊਬਿਕਲ ਐਕਸਪੈਂਸ਼ਨ, ਅਲਫਾ, ਬੀਟਾ, ਗਾਮਾ, ਹੈ ਨਾ, ਇਹ ਪੜ੍ਹੇ ਸੀਗੇ। ਹੁਣ ਆਪਾਂ ਡਿਸਕਸ ਕਰਾਂਗੇ ਬੇਟਾ ਅਬਾਊਟ ਸਪੈਸੀਫਿਕ ਹੀਟ। ਸਪੈਸੀਫਿਕ ਹੀਟ ਕੀ ਹੁੰਦੀ ਹੈ, ਕਿਵੇਂ ਕੈਲਕੂਲੇਟ ਕੀਤੀ ਹੁੰਦੀ ਹੈ, ਇਹਦਾ ਕੀ ਮਤਲਬ ਹੁੰਦਾ ਹੈ ਨਾ, ਇਹ ਸਾਰਾ ਕੁਝ ਡਿਸਕਸ ਕਰਾਂਗੇ ਆਪਾਂ। ਅੱਛਾ, ਹੁਣ ਸਪੋਜ਼ ਕਰੋ ਆਪਣੇ ਕੋਲ ਦੋ ਸਬਸਟੈਂਸ ਹੈ, A B। A ਦਾ ਮਾਸ m1, B ਦਾ ਮਾਸ m2। ਨੋ ਡਾਊਟ m1 ਨਾਲੋਂ m2 ਜ਼ਿਆਦਾ ਹੈ। ਤਾਂ ਮੈਨੂੰ ਇਹ ਦੱਸੋ, ਦੋਨਾਂ ਦਾ ਟੈਂਪਰੇਚਰ ਸੇਮ ਰਾਈਜ਼ ਕਰਨਾ ਹੈ। ਇਹਦਾ ਵੀ ਟੈਂਪਰੇਚਰ 5 ਡਿਗਰੀ ਸੈਲਸੀਅਸ ਰਾਈਜ਼ ਕਰਨਾ ਹੈ, ਇਹਦਾ ਵੀ ਟੈਂਪਰੇਚਰ 5 ਡਿਗਰੀ ਸੈਲਸੀਅਸ ਰਾਈਜ਼ ਕਰਨਾ ਹੈ। ਕਿਹੜੀ ਕੁਆਂਟਿਟੀ ਹੀਟ ਜ਼ਿਆਦਾ ਲਏਗੀ? A ਬੋਡੀ ਹੀਟ ਜ਼ਿਆਦਾ ਲਏਗੀ ਜਾਂ B ਬੋਡੀ ਹੀਟ ਜ਼ਿਆਦਾ ਲਏਗੀ ਫॉर ਰਾਈਜ਼ ਦਾ ਟੈਂਪਰੇਚਰ ਬਾय ਸੇਮ ਅਮਾਊਂਟ? ਠੀਕ ਹੈ, ਦੱਸੋ ਮੈਨੂੰ, ਸੋਚ ਕੇ ਦੱਸੋ ਵੀ A ਬੋਡੀ ਹੀਟ ਜ਼ਿਆਦਾ ਲਏਗੀ ਜਾਂ B ਬੋਡੀ ਹੀਟ ਜ਼ਿਆਦਾ ਲਏਗੀ। ਇਹ ਐਵੇਂ ਸੋਚ ਲਓ, ਇੱਕ ਤਾਂ ਆਪਣੇ ਕੋਲ 1 ਗਲਾਸ ਆਫ ਵਾਟਰ ਹੈ, ਇਟ ਇਜ਼ 1 ਗਲਾਸ ਆਫ ਵਾਟਰ, ਇਟ ਇਜ਼ 1 ਬਕਟ ਆਫ ਵਾਟਰ। ਇਹ ਇੱਕ ਗਲਾਸ ਪਾਣੀ ਦਾ ਹੈ, ਇਹ ਇੱਕ ਬਕਟ ਹੈ। ਇਹਦਾ ਵੀ ਟੈਂਪਰੇਚਰ ਉਨਾ ਹੀ ਗਰਮ ਕਰਨਾ ਹੈ, ਇਹਨੂੰ ਵੀ ਉਨਾ ਹੀ ਗਰਮ ਕਰਨਾ ਹੈ। ਇੱਕ ਗਲਾਸ ਆਫ ਵਾਟਰ ਛੇਤੀ ਗਰਮ ਹੋ ਜਾਏਗਾ ਕਿ ਇੱਕ ਬਕਟ ਆਫ ਵਾਟਰ ਛੇਤੀ ਗਰਮ ਹੋਏਗੀ? ਇਹ ਹੀਟ ਜ਼ਿਆਦਾ ਲਏਗਾ ਜਾਂ ਇਹ ਹੀਟ ਜ਼ਿਆਦਾ ਲਏਗੀ? 1 ਬਕਟ ਆਫ ਵਾਟਰ ਜ਼ਿਆਦਾ ਹੀਟ ਲਏਗੀ। ਤਾਂ ਆਪਾਂ ਕਨਕਲੂਜ਼ਨ ਕੱਢਿਆ ਵੀ ਜਿੰਨਾ ਮਾਸ ਜ਼ਿਆਦਾ ਹੁੰਦਾ ਉਹ ਬੋਡੀ ਜ਼ਿਆਦਾ ਹੀਟ ਲੈਂਦੀ ਹੁੰਦੀ ਹੈ ਫॉर ਰਾਈਜ਼ਿੰਗ ਇਟਸ ਟੈਂਪਰੇਚਰ। ਘੱਟ ਮਾਸ ਵਾਲੀ ਬੋਡੀ ਘੱਟ ਹੀਟ ਲੈਂਦੀ ਹੈ, ਜ਼ਿਆਦਾ ਮਾਸ ਵਾਲੀ ਬੋਡੀ ਜ਼ਿਆਦਾ ਹੀਟ ਲੈਂਦੀ ਹੈ ਫॉर ਰਾਈਜ਼ਿੰਗ ਟੈਂਪਰੇਚਰ। ਕਲੀਅਰ? ਫਸਟ ਪੁਆਇੰਟ ਕਲੀਅਰ। ਸੈਕਿੰਡ ਪੁਆਇੰਟ, ਅਗਰ ਸਪੋਜ਼ ਕਰ ਲਓ ਆਪਣੇ ਕੋਲ ਦੋਨੇ ਬੋਡੀਜ਼ ਇੱਕੋ ਜਿਹੀਆਂ ਨੇ, ਇੱਕ ਦਾ ਟੈਂਪਰੇਚਰ ਅਸੀਂ ਵਧਾਉਣਾ ਸਿਰਫ 5 ਡਿਗਰੀ ਸੈਲਸੀਅਸ, ਇੱਕ ਦਾ ਟੈਂਪਰੇਚਰ ਬਣਾਉਣਾ 50 ਡਿਗਰੀ ਸੈਲਸੀਅਸ। ਕਿਹੜੀ ਹੀਟ ਜ਼ਿਆਦਾ ਲਏਗੀ? ਜਿਹਦਾ ਟੈਂਪਰੇਚਰ ਘੱਟ ਵਧਾਉਣਾ ਉਹ ਜ਼ਿਆਦਾ ਹੀਟ ਲਏਗੀ, ਅਤੇ ਜਿਹਦਾ ਟੈਂਪਰੇਚਰ ਜ਼ਿਆਦਾ ਵਧਾਉਣਾ ਉਹ ਜ਼ਿਆਦਾ ਹੀਟ ਲਏਗੀ। ਅਤੇ ਜਿਹਦਾ ਟੈਂਪਰੇਚਰ ਤੁਸੀਂ ਜ਼ਿਆਦਾ ਚੇਂਜ ਕੀਤਾ ਹੈ ਨਾ, ਉਹ ਵਾਲੀ ਬੋਡੀ ਹੀਟ ਜ਼ਿਆਦਾ ਲਏਗੀ। ਦੈਟ ਮੀਨਸ ਜਿਹੜੀ ਹੀਟ ਹੈ ਦੈਟ ਇਜ਼ ਆਲਸੋ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਚੇਂਜ ਇਨ ਟੈਂਪਰੇਚਰ। ਜਿਸ ਬੋਡੀ ਦਾ ਟੈਂਪਰੇਚਰ ਘੱਟ ਚੇਂਜ ਹੋਏਗਾ ਘੱਟ ਹੀਟ ਲਏਗੀ, ਜਿਸ ਬੋਡੀ ਦਾ ਟੈਂਪਰੇਚਰ ਜ਼ਿਆਦਾ ਚੇਂਜ ਕਰੋਗੇ ਉਹ ਜ਼ਿਆਦਾ ਹੀਟ ਲਏਗੀ। ਤਾਂ ਬੇਟਾ ਹੀਟ ਇਹ ਦੋ ਫੈਕਟਰਸ 'ਤੇ ਡਿਪੈਂਡ ਕਰਦੀ ਹੁੰਦੀ ਹੈ। ਫॉर ਰਾਈਜ਼ ਇਨ ਟੈਂਪਰੇਚਰ, ਟੈਂਪਰੇਚਰ ਰਾਈਜ਼ ਕਰਨ ਵਾਸਤੇ ਜਿਹੜੀ ਹੀਟ ਹੈ ਉਹ ਆ ਦੋ ਫੈਕਟਰਸ 'ਤੇ ਡਿਪੈਂਡ ਕਰਦੀ ਹੁੰਦੀ ਹੈ। ਘੱਟ ਮਾਸ ਹੈ ਘੱਟ ਹੀਟ ਲੈਂਦੇ, ਜ਼ਿਆਦਾ ਮਾਸ ਜ਼ਿਆਦਾ ਹੀਟ ਲੈਂਦਾ ਫॉर ਰਾਈਜ਼ ਇਟਸ ਟੈਂਪਰੇਚਰ। ਘੱਟ ਟੈਂਪਰੇਚਰ ਚੇਂਜ ਕਰਨਾ ਘੱਟ ਹੀਟ ਮਿਲੇਗੀ, ਘੱਟ ਹੀਟ ਲਏਗਾ ਸਬਸਟਾਂਸ, ਜ਼ਿਆਦਾ ਟੈਂਪਰੇਚਰ ਚੇਂਜ ਕਰਨ ਵਾਸਤੇ ਸਬਸਟਾਂਸ ਜ਼ਿਆਦਾ ਹੀਟ ਲਏਗਾ। ਕਲੀਅਰ? ਅਗਰ ਅਸੀਂ ਇਹ ਦੋ ਫੈਕਟਰਸ ਕੰਬਾਈਨ ਕਰਦੇ ਹਾਂ ਤਾਂ ਅਸੀਂ ਲਿਖ ਸਕਦੇ ਹਾਂ ਕਿਊ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਐਮ ਡੈਲ ਟੀ। ਪ੍ਰਪੋਰਸ਼ਨੈਲਿਟੀ ਦਾ ਸਿੰਬਲ ਹਟਾ ਕੇ ਕੌਂਸਟੈਂਟ ਲਗਾਵਾਂਗੇ, ਉਹ ਕੌਂਸਟੈਂਟ ਲੱਗੇਗਾ ਸੀ। ਫਾਰਮੂਲਾ ਬਣ ਗਿਆ ਕਿਊ ਇਜ਼ ਇਕੁਅਲ ਟੂ ਐਮ ਸੀ ਡੈਲ ਟੀ। ਕਲੀਅਰ? ਇਸ ਫਾਰਮੂਲੇ 'ਚ ਵਟ ਇਜ਼ ਐਮ? ਇਟ ਇਜ਼ ਮਾਸ ਆਫ ਸਬਸਟਾਂਸ। What is del T? It is change in temperature of substance. हाँ, del T ਅਸੀਂ find ਕਰ ਸਕਦੇ ਹਾਂ final temperature minus initial temperature. What is Q? Q is amount of heat required. Body ਨੂੰ ਕਿੰਨੀ heat ਚਾਹੀਦੀ ਹੈ। What is C? C is known as specific heat of substance. ਸਬਸਟਾਂਸ ਦੀ ਸਪੈਸੀਫਿਕ ਹੀਟ। ਤਾਂ ਜਦੋਂ ਵੀ ਕਿਸੇ ਬੋਡੀ ਦਾ ਟੈਂਪਰੇਚਰ ਚੇਂਜ ਹੋਏਗਾ, ਵੈਨ ਐਵਰ
whenever there is change in temperature, ਜਦੋਂ ਵੀ ਟੈਂਪਰੇਚਰ ਚੇਂਜ ਹੋਏਗਾ ਹੀਟ ਇਸੇ ਨਾਲ ਕੈਲਕੂਲੇਟ ਕਰੋਗੇ, ਇਸੇ ਫਾਰਮੂਲੇ ਨਾਲ। ਕਲੀਅਰ? ਸਮਝ ਗਏ? ਅੱਛਾ, ਹੀਟ ਤੇ ਸੀ ਸਾਨੂੰ ਕੀ ਦੱਸਦੀ ਹੈ ਬੇਟਾ? ਇੱਕ ਮਟੀਰੀਅਲ ਦੀ ਫੋਰ ਵਨ ਮਟੀਰੀਅਲ C is constant. For different materials C is different. ਇੱਕ ਮਟੀਰੀਅਲ ਦਾ C constant ਹੁੰਦਾ, ਡਿਫਰੈਂਟ ਮਟੀਰੀਅਲ ਦਾ C ਡਿਫਰੈਂਟ ਹੁੰਦਾ। C ਸਾਨੂੰ ਕੀ ਦੱਸਦਾ? C ਸਾਨੂੰ ਕੀ ਦੱਸਦਾ? C ਸਾਨੂੰ ਦੱਸਦਾ ਹੈ ਵੀ ਕੋਈ ਬੋਡੀ ਆਪਣਾ ਟੈਂਪਰੇਚਰ ਚੇਂਜ ਕਰਨ ਵਾਸਤੇ ਕਿੰਨੀ ਹੀਟ ਲਏਗੀ। ਕੋਈ ਬੋਡੀ ਆਪਣਾ ਟੈਂਪਰੇਚਰ ਚੇਂਜ ਕਰਨ ਵਾਸਤੇ ਕਿੰਨੀ ਹੀਟ ਲਏਗੀ, ਉਹ C ਦੱਸੇਗੀ। ਕਿਊ ਤੇ C ਦਾ ਰਿਲੇਸ਼ਨ ਦੇਖੋ ਕੀ ਹੈ ਫਾਰਮੂਲੇ 'ਚ। ਕਿਊ ਐਂਡ C ਦਾ ਰਿਲੇਸ਼ਨ ਕੀ ਹੈ? ਡਾਇਰੈਕਟ ਹੈ। ਜਿਸ ਮਟੀਰੀਅਲ ਦਾ C ਜ਼ਿਆਦਾ ਹੋਏਗਾ ਉਹ ਮਟੀਰੀਅਲ ਜ਼ਿਆਦਾ ਹੀਟ ਲਏਗਾ, ਜਿਸ ਦਾ C ਘੱਟ ਹੋਏਗਾ ਉਹ ਮਟੀਰੀਅਲ ਘੱਟ ਹੀਟ ਲਏਗਾ ਫॉर ਰਾਈਜ਼ ਇਟਸ ਟੈਂਪਰੇਚਰ। C tells us that how much quantity of heat taken by body for rise in its temperature। ਆਪਣਾ ਟੈਂਪਰੇਚਰ ਵਧਾਉਣ ਵਾਸਤੇ ਇੱਕ ਬੋਡੀ ਕਿੰਨੀ ਕੁਆਂਟਿਟੀ ਹੀਟ ਲਏਗੀ ਉਹ C ਦੱਸੇਗਾ। ਅਗਰ C ਕਿਸੇ ਮਟੀਰੀਅਲ ਦਾ ਲਾਰਜ ਹੈ, ਕਿਊ ਤੇ C ਦਾ ਰਿਲੇਸ਼ਨ ਚੈੱਕ ਕਰੋ। ਕਿਊ ਐਂਡ C ਦਾ ਰਿਲੇਸ਼ਨ ਡਾਇਰੈਕਟ ਹੈ ਨਾ, ਕਿਊ ਐਂਡ C ਡਾਇਰੈਕਟ ਰਿਲੇਟਡ ਹੈ। ਅਗਰ ਕਿਸੇ ਬੋਡੀ ਦਾ C ਲਾਰਜ ਹੈ ਉਹ ਬੋਡੀ ਹੀਟ ਵੀ ਲਾਰਜ ਲਏਗਾ ਫॉर ਰਾਈਜ਼ ਇਟਸ ਟੈਂਪਰੇਚਰ। ਅਗਰ ਕਿਸੇ ਬੋਡੀ ਦਾ C ਸਮੋਲ ਹੈ ਉਹ ਬੋਡੀ ਹੀਟ ਵੀ ਘੱਟ ਲਏਗੀ। ਜ਼ਿਆਦਾ ਸਪੈਸੀਫਿਕ ਹੀਟ ਵਾਲੀਆਂ ਬੋਡੀਜ਼ ਜ਼ਿਆਦਾ ਹੀਟ ਲੈਂਦੀਆਂ ਨੇ, ਘੱਟ ਸਪੈਸੀਫਿਕ ਹੀਟ ਵਾਲੀਆਂ ਬੋਡੀਜ਼ ਘੱਟ ਹੀਟ ਲੈਂਦੀਆਂ ਨੇ ਫॉर ਰਾਈਜ਼ ਇਟਸ ਟੈਂਪਰੇਚਰ। ਸਮਝ ਗਏ ਬੇਟਾ? ਤਾਂ ਸਮਝ ਗਏ C ਦੀ ਵੈਲਿਊ ਤੋਂ ਕੀ ਪਤਾ ਚੱਲਦਾ ਹੈ? C ਕਿਸੇ ਵੀ ਮਟੀਰੀਅਲ ਦੀ C ਦੀ ਵੈਲਿਊ, ਜਿਵੇਂ ਸਪੋਜ਼ ਕਰੋ ਇੱਕ ਆਪਣੇ ਕੋਲ ਬੋਡੀ A ਹੈ, ਇੱਕ ਆਪਣੇ ਕੋਲ ਬੋਡੀ B ਹੈ। A ਮਟੀਰੀਅਲ ਦੀ ਸਪੈਸੀਫਿਕ ਹੀਟ C1 ਹੈ, B ਮਟੀਰੀਅਲ ਦੀ ਸਪੈਸੀਫਿਕ ਹੀਟ C2 ਹੈ ਐਂਡ C1 ਇਜ਼ ਗ੍ਰੇਟਰ ਦੈਨ C2, ਹੈ ਨਾ। ਤਾਂ ਇੱਥੋਂ ਇਹ ਕਲੀਅਰ ਹੁੰਦਾ ਵੀ ਬਿਕੋਜ਼ A ਬੋਡੀ ਦੀ ਸਪੈਸੀਫਿਕ ਹੀਟ ਜ਼ਿਆਦਾ ਤਾਂ A ਬੋਡੀ ਜ਼ਿਆਦਾ ਹੀਟ ਲਏਗੀ ਆਪਣਾ ਟੈਂਪਰੇਚਰ ਰਾਈਜ਼ ਕਰਨ ਵਾਸਤੇ। ਫॉर ਰਾਈਜ਼ ਇਟਸ ਟੈਂਪਰੇਚਰ A ਬੋਡੀ ਜ਼ਿਆਦਾ ਹੀਟ ਲਏਗੀ। B ਬੋਡੀ ਦੀ ਸਪੈਸੀਫਿਕ ਹੀਟ ਘੱਟ ਹੈ, ਦੈਟ ਮੀਨਸ B ਬੋਡੀ ਘੱਟ ਹੀਟ ਲਏਗੀ ਆਪਣਾ ਟੈਂਪਰੇਚਰ ਵਧਾਉਣ ਵਾਸਤੇ। ਸਮਝ ਗਏ? ਤਾਂ ਕੋਈ ਵੀ ਮਟੀਰੀਅਲ ਆਪਣਾ ਟੈਂਪਰੇਚਰ ਚੇਂਜ ਕਰਨ ਲਈ, ਕੋਈ ਵੀ ਮਟੀਰੀਅਲ ਆਪਣਾ ਟੈਂਪਰੇਚਰ ਚੇਂਜ ਕਰਨ ਲਈ ਕਿੰਨੀ ਹੀਟ ਲੈਂਦਾ ਹੈ, ਅਸੀਂ ਉਸ ਦੀ C ਦੀ ਵੈਲਿਊ ਤੋਂ ਆਈਡੈਂਟੀਫਾਈ ਕਰ ਸਕਦੇ ਵੀ ਕਿਹੜਾ ਮਟੀਰੀਅਲ ਜ਼ਿਆਦਾ ਹੀਟ ਲਏਗਾ, ਕਿਹੜਾ ਮਟੀਰੀਅਲ ਘੱਟ ਹੀਟ ਲਏਗਾ। ਆਪਣਾ ਟੈਂਪਰੇਚਰ ਚੇਂਜ ਕਰਨ ਲਈ ਉਹਦੀ C ਦੀ ਵੈਲਿਊ ਤੋਂ ਚੈੱਕ ਕਰ ਸਕਦੇ ਹੋ। ਜਿਹਦੀ C ਦੀ ਵੈਲਿਊ ਜ਼ਿਆਦਾ ਹੋਏਗੀ ਉਹ ਜ਼ਿਆਦਾ ਹੀਟ ਲਏਗਾ, ਜਿਹਦੀ C ਦੀ ਵੈਲਿਊ ਘੱਟ ਹੋਏਗੀ ਘੱਟ ਹੀਟ ਲਏਗਾ। ਨੋ ਹੈ ਨਾ, ਇਹ ਤਾਂ ਸੀਗਾ ਵੀ C ਕੀ ਹੁੰਦੀ ਹੈ। C ਨੂੰ ਅਸੀਂ ਕੀ ਬੋਲਦੇ ਹਾਂ ਬੇਟਾ? ਸਪੈਸੀਫਿਕ ਹੀਟ ਆਫ ਸਬਸਟੈਂਸ। C ਤੋਂ ਸਾਨੂੰ ਕੀ ਪਤਾ ਚੱਲਦਾ ਹੈ ਵੀ ਕਿਹੜੀ ਬੋਡੀ ਜ਼ਿਆਦਾ ਹੀਟ ਲਏਗੀ, ਕਿਹੜੀ ਬੋਡੀ ਘੱਟ ਹੀਟ ਲਏਗੀ। ਨਾਓ ਵਟ ਇਜ਼ ਦ ਡੈਫੀਨੇਸ਼ਨ ਆਫ C? ਯੂਨਿਟਸ ਆਫ C। C ਦੀ ਡੈਫੀਨੇਸ਼ਨ, C ਦੇ ਯੂਨਿਟਸ ਆਪਾਂ ਚੈੱਕ ਕਰ ਲੈਂਦੇ ਹਾਂ। ਡੈਫੀਨੇਸ਼ਨ ਆਫ C, ਹੁਣ ਆਪਾਂ ਨੂੰ ਪਤਾ ਹੈ ਕਿਊ ਦਾ ਫਾਰਮੂਲਾ MC ਡੈਲ ਟੀ ਹੈ। C ਇਜ਼ ਇਕੁਅਲ ਟੂ ਕਿਊ ਬਾਏ M ਡੈਲ ਟੀ ਹੋ ਗਿਆ, ਹੈ ਨਾ। ਅਗਰ M 1 ਹੋਵੇ, ਡੈਲ ਟੀ 1 ਹੋਵੇ, ਦੈਨ C ਇਜ਼ ਇਕੁਅਲ ਟੂ ਕਿਊ ਆ ਜਾਏਗਾ ਉੱਪਰਲੇ ਫਾਰਮੂਲੇ ਤੋਂ। M ਦੀ ਵੈਲਿਊ 1 ਪੁੱਟ ਕਰ ਦਿਓ, ਡੈਲ ਟੀ ਦੀ ਵੈਲਿਊ 1 ਪੁੱਟ ਕਰ ਦਿਓ, C ਇਜ਼ ਇਕੁਅਲ ਟੂ ਕਿਊ ਆ ਜਾਏਗਾ। ਵਟ ਇਜ਼ C? C ਇਜ਼ specific heat of substance, may be defined as, what is Q? Amount of heat required to
चेंज द टेम्परेचर ऑफ, कितना मास है बेटा, यूनिट मास ऑफ सबस्टांस बाय 1 डिग्री सेल्सियस और 1 केल्विन। बन गई डेफिनेशन भी। आ देखो उरो डिफाइन करना शुरू करो। स्पेसिफिक हीट ऑफ सबस्टांस मे बी डिफाइंड एज amount of heat required to change the temperature, amount of heat required to change the temperature of unit mass of substance by 1 degree celsius or 1 kelvin। किसी भी substance ਦੇ unit mass ਦਾ ਟੈਂਪਰੇਚਰ 1 ਡਿਗਰੀ ਸੈਲਸੀਅਸ ਜਾਂ 1 ਕੈਲਵਿਨ ਵਧਾਉਣ ਵਾਸਤੇ ਜਿੰਨੀ ਹੀਟ ਚਾਹੀਦੀ ਹੁੰਦੀ ਹੈ ਦੈਟ ਇਜ਼ ਨੋਨ ਐਜ਼ ਸਪੈਸੀਫਿਕ ਹੀਟ। ਇਹ ਹੋ ਗਈ ਸੀ ਦੀ ਡੈਫੀਨੇਸ਼ਨ। ਸੀ ਦੇ ਯੂਨਿਟਸ ਬੇਟਾ, ਇਹਦੇ ਯੂਨਿਟ ਸੀ ਦੇ ਵੈਸੇ ਤਾਂ ਯੂਨਿਟਸ ਇੰਪੋਰਟੈਂਟ ਨਹੀਂ ਹੈਗੇ, ਸੀ ਦੇ ਯੂਨਿਟਸ ਇੰਪੋਰਟੈਂਟ ਨਹੀਂ ਹੈਗੇ, ਆਪਾਂ ਫੇਰ ਵੀ ਬਣਾ ਲੈਂਦੇ ਹਾਂ। ਸੀ ਦਾ ਫਾਰਮੂਲਾ ਬਣਿਆ ਕਿਊ ਬਾਈ ਐਮ ਡੈਲ ਟੀ। ਕਿਊ ਦੇ ਯੂਨਿਟਸ ਹੋ ਗਏ, ਕਿਊ ਇਜ਼ ਹੀਟ ਐਨਰਜੀ, ਹੀਟ ਐਨਰਜੀ ਦੇ ਯੂਨਿਟਸ ਜਾਊਲਸ, ਮਾਸ ਦੇ ਯੂਨਿਟਸ ਕਿਲੋਗ੍ਰਾਮ, ਟੈਂਪਰੇਚਰ ਦੇ ਸੈਲਸੀਅਸ, ਤਾਂ ਸੀ ਦੇ ਯੂਨਿਟਸ ਬਣ ਗਏ ਜਾਊਲਸ ਪਰ kg ਪਰ ਸੈਲਸੀਅਸ। SI ਸਿਸਟਮ 'ਚ, CGS ਸਿਸਟਮ 'ਚ ਸੀ ਦੇ ਯੂਨਿਟ ਜਾਊਲਸ ਦੀ ਜਗ੍ਹਾ ਅਰਗਸ, ਕਿਲੋਗ੍ਰਾਮ ਦੀ ਜਗ੍ਹਾ ਗ੍ਰਾਮ, ਪਰ ਸੈਲਸੀਅਸ ਤਾਂ ਪਰ ਸੈਲਸੀਅਸ ਹੀ ਰਹੇਗਾ। ਪਰ ਸੈਲਸੀਅਸ ਦੀ ਜਗ੍ਹਾ ਤੁਸੀਂ ਪਰ ਕੈਲਵਿਨ ਵੀ ਪੁੱਟ ਕਰ ਸਕਦੇ। ਅੱਛਾ, ਇਹ ਤਾਂ ਹੋ ਗਏ SI ਸਿਸਟਮ 'ਚ, ਇਹ ਹੋ ਗਏ CGS ਸਿਸਟਮ 'ਚ। ਆਪਾਂ ਨੂੰ ਪਤਾ ਹੈ ਹੀਟ ਕੈਲਰੀਜ਼ 'ਚ ਵੀ ਮੇਜਰ ਕੀਤੀ ਜਾਂਦੀ ਹੈ, ਹੀਟ ਇਜ਼ ਆਲਸੋ ਮੇਡ ਇਨ ਕੈਲਰੀਜ਼, ਤਾਂ ਇਹਦੇ ਯੂਨਿਟਸ ਕੈਲਰੀਜ਼ ਪਰ kg ਪਰ ਸੈਲਸੀਅਸ ਵੀ, ਜਾਂ ਕੈਲਰੀਜ਼ ਪਰ ਗ੍ਰਾਮ ਪਰ ਸੈਲਸੀਅਸ ਵੀ, ਇਹ ਵੀ ਹੋ ਸਕਦੇ ਨੇ। ਇਸ ਕਰਕੇ ਸਪੈਸੀਫਿਕ ਹੀਟ ਦੇ ਯੂਨਿਟਸ ਇੰਨੇ ਇੰਪੋਰਟੈਂਟ ਨਹੀਂ ਹੈਗੇ। ਬਟ ਬੀ ਕੇਅਰਫੁਲ, ਜਦੋਂ ਵੀ ਹੀਟ ਕੈਲਕੂਲੇਟ ਕਰਨੀ ਹੈ ਤੁਸੀਂ ਇਸ ਫਾਰਮੂਲੇ ਨਾਲ ਕੈਲਕੂਲੇਟ ਕਰੋਗੇ, MC ਡੈਲ ਟੀ ਹੈ ਨਾ। ਜੇ ਮਾਸ ਗ੍ਰਾਮ 'ਚ ਹੈ, ਮਾਸ ਗ੍ਰਾਮ 'ਚ ਹੈ ਤਾਂ ਸਪੈਸੀਫਿਕ ਹੀਟ ਵੀ ਗ੍ਰਾਮਸ 'ਚ ਯੂਜ਼ ਕਰੋਗੇ, ਗ੍ਰਾਮਸ 'ਚ। ਜੇ ਮਾਸ ਕਿਲੋਗ੍ਰਾਮ 'ਚ ਹੈ ਫਿਰ ਸਪੈਸੀਫਿਕ ਹੀਟ ਕਿਲੋਗ੍ਰਾਮਸ ਵਾਲੀ ਯੂਜ਼ ਕਰੋਗੇ। ਜੇ ਤੁਸੀਂ ਜਾਊਲਸ ਵਾਲੀ ਸਪੈਸੀਫਿਕ ਹੀਟ ਯੂਜ਼ ਕਰੋਗੇ ਤਾਂ ਹੀਟ ਜਾਊਲਸ 'ਚ ਆਏਗੀ। ਅਗਰ ਸੀ ਦੀ ਵੈਲਿਊ ਜਾਊਲਸ ਵਾਲੀ ਯੂਜ਼ ਕਰੋਗੇ ਤਾਂ ਕਿਊ ਦਾ ਆਂਸਰ ਵੀ ਜਾਊਲਸ 'ਚ ਆਏਗਾ। ਅਗਰ ਸੀ ਦੀ ਵੈਲਿਊ ਕੈਲਰੀਜ਼ ਵਾਲੀ ਯੂਜ਼ ਕਰੋਗੇ ਤਾਂ ਕਿਊ ਦਾ ਆਂਸਰ ਕੈਲਰੀਜ਼ 'ਚ ਆਏਗਾ। ਬਸ ਇੰਨਾ ਖਿਆਲ ਰੱਖਿਆ ਕਰਦੇ ਹੁੰਦੇ ਨੇ, ਸਮਝ ਗਏ। ਜਦੋਂ ਮਾਸ ਗ੍ਰਾਮ 'ਚ ਹੈ ਤਾਂ ਗ੍ਰਾਮ ਵਾਲੀ ਵੈਲਿਊ ਯੂਜ਼ ਕਰੋ, ਮਾਸ ਕਿਲੋਗ੍ਰਾਮ 'ਚ ਹੈ ਤਾਂ ਕਿਲੋਗ੍ਰਾਮ ਵਾਲੀ ਵੈਲਿਊ ਯੂਜ਼ ਕਰੋ। ਜੇ ਤੁਸੀਂ ਜਾਊਲਸ ਵਾਲੀ ਵੈਲਿਊ ਯੂਜ਼ ਕਰ ਰਹੇ ਹੋ ਤਾਂ ਕਿਊ ਦਾ ਆਂਸਰ ਵੀ ਜਾਊਲਸ 'ਚ ਆਏਗਾ। ਜੇ ਕੈਲਰੀਜ਼ ਵਾਲੀ ਵੈਲਿਊ ਯੂਜ਼ ਕਰ ਰਹੇ ਹੋ ਤਾਂ ਕਿਊ ਦਾ ਆਂਸਰ ਵੀ ਕੈਲਰੀਜ਼ 'ਚ ਆਏਗਾ। ਠੀਕ ਹੈ, ਇਹ ਸੀਗੀ ਸਪੈਸੀਫਿਕ ਹੀਟ। ਠੀਕ ਹੈ, ਇੱਕ ਹੁੰਦੀ ਹੈ ਬੇਟਾ ਮੋਲਰ ਸਪੈਸੀਫਿਕ ਹੀਟ, ਮੋਲਰ specific heat, it is denoted by capital C। molar specific heat discuss ਕਰਨ ਵਾਸਤੇ listen molar specific heat discuss ਕਰਨ ਵਾਸਤੇ ਤੁਹਾਨੂੰ ਥੋੜਾ ਜਿਹਾ ਮੋਲ ਕਨਸੈਪਟ ਰਿਮਾਈਂਡ ਕਰਵਾਉਣਾ ਪਏਗਾ। ਪੜ੍ਹਿਆ ਨਾ ਕੈਮਿਸਟਰੀ 'ਚ ਮੋਲ ਕਨਸੈਪਟ, ਥੋੜਾ ਜਿਹਾ ਉਹ ਰਿਮਾਈਂਡ ਕਰਵਾਉਣਾ ਪਏਗਾ। 1 mole of substance, 1 mole of substance ਦਾ ਮਾਸ ਕਿਸ ਦੇ ਇਕੁਅਲ ਹੁੰਦਾ ਹੈ? ਇਟ ਇਜ਼ ਇਕੁਅਲ ਟੂ ਗ੍ਰਾਮ ਐਟੋਮਿਕ ਮਾਸ। ਕਿੰਨੇ ਐਟਮਸ ਹੁੰਦੇ ਨੇ ਇਸ 'ਚ? ਐਵੋਗੈਡਰੋਜ਼ ਨੰਬਰ ਆਫ ਐਟਮਸ ਹੁੰਦੇ ਨੇ, Na stands for Avogadro's number 6.023 10⁻23। clear? Mass of 1 mole of substance is equal to gram atomic mass, mass expressed in grams। clear बेटा? ओके, एक नंबर ऑफ मोल्स फाइंड आउट करने का फार्मूला की होंगे? नंबर ऑफ मोल्स फाइंड आउट करने का फार्मूला गिवन मास
upon molecular mass is known as number of moles, है ना। ਇਸ ਦੇ ਨਾਲ ਅਸੀਂ number of moles n ਦਾ ਫਾਰਮੂਲਾ ਹੁੰਦਾ ਹੈ given mass upon molecular mass, आई molecular mass expressed in gram, कैपिटल M, याद है ना बेटा, स्मॉल m ਨੂੰ ਬੋਲਦੇ ਹੁੰਦੇ ਆ given mass ਐਂਡ ਕੈਪੀਟਲ M ਨੂੰ ਬੋਲਦੇ ਹੁੰਦੇ ਆ molecular mass। 1 ਮੋਲ ਆਫ ਸਬਸਟੈਂਸ ਦਾ ਮਾਸ ਕਿਸ ਦੇ ਇਕੁਅਲ ਹੁੰਦਾ ਮੋਲੀਕੂਲਰ ਮਾਸ ਦੇ ਇਕੁਅਲ। ਕਲੀਅਰ। ਅੱਛਾ ਹੁਣ ਲਿਸਨ ਹੀਟ ਕੈਲਕੂਲੇਟ ਕਰਨ ਦਾ ਫਾਰਮੂਲਾ ਫॉर 1 ਗ੍ਰਾਮ ਆਫ ਸਬਸਟੈਂਸ ਹੈ ਨਾ, ਅਮਾਊਂਟ ਆਫ heat required to change the temperature by 1 degree Celsius or 1 Kelvin, है ना, of 1 gram of substance। 1 ग्राम सबसटेंस ਦਾ ਟੈਂਪਰੇਚਰ 1 ਡਿਗਰੀ ਸੈਲਸੀਅਸ ਜਾਂ 1 ਕੈਲਵਿਨ ਰਾਈਜ਼ ਕਰਨ ਵਾਸਤੇ ਜਿੰਨੀ ਹੀਟ ਚਾਹੀਦੀ ਹੁੰਦੀ ਹੈ ਦੈਟ ਹੀਟ ਇਜ਼ ਨੋਨ ਐਜ਼ ਸਪੈਸੀਫਿਕ ਹੀਟ। ਇਹ ਤਾਂ ਆਪਾਂ ਹੁਣੇ ਉੱਪਰ ਡੈਫੀਨੇਸ਼ਨ ਕਰਕੇ ਹਟੇ ਆ, ਦੇਖੋ ਇੱਕ ਗ੍ਰਾਮ ਆਫ ਸਬਸਟੈਂਸ ਦਾ ਟੈਂਪਰੇਚਰ 1 ਡਿਗਰੀ ਸੈਲਸੀਅਸ ਰਾਈਜ਼ ਕਰਨ ਵਾਸਤੇ ਜਿੰਨੀ ਹੀਟ ਚਾਹੀਦੀ ਹੈ ਦੈਟ ਇਜ਼ ਨੋਨ ਐਜ਼ ਸਪੈਸੀਫਿਕ ਹੀਟ। ਧਿਆਨ ਨਾਲ ਸਮਝੋ ਬੇਟਾ ਕੰਸੈਪਟ, ਇਹ ਸ਼ਾਇਦ ਤੁਹਾਨੂੰ ਥੋੜ੍ਹਾ ਜਿਹਾ ਮੁਸ਼ਕਿਲ ਲੱਗੇ ਬਟ ਧਿਆਨ ਨਾਲ ਸਮਝੋ, ਹੋ ਜਾਏਗਾ ਸੋਲਵ, ਕੋਈ ਨਹੀਂ। 1 ਗ੍ਰਾਮ ਆਫ ਸਬਸਟੈਂਸ ਦਾ ਟੈਂਪਰੇਚਰ 1 ਡਿਗਰੀ ਸੈਲਸੀਅਸ ਤੱਕ ਰਾਈਜ਼ ਕਰਨਾ ਹੈ, ਜਿੰਨੀ ਹੀਟ ਚਾਹੀਦੀ ਹੈ ਦੈਟ ਇਜ਼ ਨੋਨ ਐਜ਼ ਸਪੈਸੀਫਿਕ ਹੀਟ। ਇਹੀ ਮੈਂ ਨੀਚੇ ਲਿਖਿਆ, ਆ ਦੇਖੋ ਵੀ 1 ਗ੍ਰਾਮ ਸਬਸਟੈਂਸ ਦਾ ਟੈਂਪਰੇਚਰ 1 ਡਿਗਰੀ ਸੈਲਸੀਅਸ ਤੱਕ ਰਾਈਜ਼ ਕਰਨ ਵਾਸਤੇ ਜਿੰਨੀ ਹੀਟ ਚਾਹੀਦੀ ਦੈਟ ਇਜ਼ ਨੋਨ ਐਜ਼ ਸਪੈਸੀਫਿਕ ਹੀਟ। 1 ਗ੍ਰਾਮ ਵਾਸਤੇ ਸਪੈਸੀਫਿਕ ਹੀਟ ਚਾਹੀਦੀ ਹੈ ਤਾਂ ਬੇਟਾ m ਗ੍ਰਾਮ ਵਾਸਤੇ ਕਿੰਨੀ ਹੀਟ ਚਾਹੀਦੀ ਹੋਏਗੀ, m ਗ੍ਰਾਮ ਆਫ ਸਬਸਟੈਂਸ ਕਿੰਨੀ, 1 ਗ੍ਰਾਮ ਵਾਸਤੇ ਕਿੰਨੀ ਹੀਟ ਚਾਹੀਦੀ ਹੈ c, ਯੂਨਿਟਰੀ ਮੈਥਡ ਲਗਾਓ। 1 ਗ੍ਰਾਮ ਵਾਸਤੇ ਕਿੰਨੀ ਹੀਟ ਚਾਹੀਦੀ ਹੈ c, ਤਾਂ m ਗ੍ਰਾਮ ਵਾਸਤੇ ਕਿੰਨੀ ਹੀਟ ਚਾਹੀਦੀ ਹੋਏਗੀ c ਇੰਟੂ m। m ਗ੍ਰਾਮ ਆਫ ਸਬਸਟੈਂਸ ਕਿਸ ਦੇ ਇਕੁਅਲ ਹੁੰਦਾ 1 ਮੋਲ ਦੇ। So this is known as molar specific heat, molar specific heat denoted by capital C, capital C is equal to capital M into small c. What is small c? It is specific heat. What is capital C? It is molar specific heat. Capital M, it is gram molecular mass। नहीं समझ आया बेटा, 1 ਗ੍ਰਾਮ ਆਫ ਸਬਸਟੈਂਸ ਵਾਸਤੇ 1 ਗ੍ਰਾਮ ਆਫ ਸਬਸਟੈਂਸ ਦਾ ਟੈਂਪਰੇਚਰ 1 ਡਿਗਰੀ ਸੈਲਸੀਅਸ ਵਧਾਉਣ ਵਾਸਤੇ ਜਿੰਨੀ ਹੀਟ ਚਾਹੀਦੀ ਹੁੰਦੀ ਹੈ ਉਸਨੂੰ ਸਪੈਸੀਫਿਕ ਹੀਟ ਕਹਿੰਦੇ ਆ। 1 ਮੋਲ ਆਫ ਸਬਸਟੈਂਸ 'ਚ 1 ਗ੍ਰਾਮ ਨਹੀਂ ਲੈਣਾ, ਹੁਣ 1 ਗ੍ਰਾਮ ਦੀ ਜਗ੍ਹਾ ਕਿੰਨਾ ਲੈਣਾ 1 ਮੋਲ। 1 ਮੋਲ ਆਫ ਸਬਸਟੈਂਸ ਦਾ ਮਾਸ ਕਿਸ ਦੇ ਇਕੁਅਲ ਹੁੰਦਾ m ਗ੍ਰਾਮ। 1 ਗ੍ਰਾਮ ਵਾਸਤੇ ਹੀਟ ਚਾਹੀਦੀ ਹੈ c, ਤਾਂ m ਗ੍ਰਾਮ ਵਾਸਤੇ ਕਿੰਨੀ ਹੀਟ ਚਾਹੀਦੀ ਹੋਏਗੀ m ਇੰਟੂ c। m ਗ੍ਰਾਮ ਕਿਸ ਦਾ ਮਾਸ ਹੈ 1 ਮੋਲ ਦਾ, ਤਾਂ 1 ਮੋਲ ਆਫ ਸਬਸਟੈਂਸ ਵਾਸਤੇ ਜਿੰਨੀ ਹੀਟ ਚਾਹੀਦੀ ਹੈ ਦੈਟ ਇਜ਼ ਨੋਨ ਐਜ਼ ਮੋਲਰ ਸਪੈਸੀਫਿਕ ਹੀਟ। ਲਿਸਨ, 1 ਗ੍ਰਾਮ ਆਫ ਸਬਸਟੈਂਸ ਵਾਸਤੇ ਜਿੰਨੀ ਹੀਟ ਚਾਹੀਦੀ ਹੈ 1 ਗ੍ਰਾਮ ਆਫ ਸਬਸਟੈਂਸ ਵਾਸਤੇ ਜਿੰਨੀ ਹੀਟ ਚਾਹੀਦੀ ਦੈਟ ਇਜ਼ ਨੋਨ ਐਜ਼ ਸਪੈਸੀਫਿਕ ਹੀਟ, ਬਟ 1 ਮੋਲ ਆਫ ਸਬਸਟੈਂਸ ਵਾਸਤੇ ਜਿੰਨੀ ਹੀਟ ਚਾਹੀਦੀ ਦੈਟ ਇਜ਼ ਨੋਨ ਐਜ਼ ਮੋਲਰ ਸਪੈਸੀਫਿਕ ਹੀਟ। ਇਹ ਰਿਲੇਸ਼ਨ ਐਵੇਂ ਬਣਾਇਆ ਬੇਟਾ ਵੀ 1 ਗ੍ਰਾਮ ਵਾਸਤੇ ਹੀਟ ਚਾਹੀਦੀ ਹੈ ਸਮਾਲ c, m ਗ੍ਰਾਮ ਵਾਸਤੇ ਹੀਟ ਕਿੰਨੀ ਚਾਹੀਦੀ ਹੋਏਗੀ c ਇੰਟੂ m। ਦਿਸ c ਇੰਟੂ m is amount of heat required for 1 mole of substance, so it is known as molar specific heat। molar specific heat ਦਾ ਫਾਰਮੂਲਾ ਬਣ ਗਿਆ। specific heat ਦੀ ਡੈਫੀਨੇਸ਼ਨ ਕੀ ਲਿਖੀ ਸੀ ਬੇਟਾ, ਵੇਟ ਅ ਮਿੰਟ ਕਨਫਿਊਜ਼ ਨਾ ਹੋ, ਮੈਂ ਸਾਰਾ ਕੁਝ ਐਕਸਪਲੇਨ ਕਰਦਾ। what is the definition of specific heat? ਇਹਦੀ ਡੈਫੀਨੇਸ਼ਨ ਸੀਗੀ specific heat may be defined as the
amount of heat required to raise the temperature of 1 gram of substance by 1 degree Celsius or 1 Kelvin. ਇਹ ਡੈਫੀਨੇਸ਼ਨ ਲਿਖੀ ਸੀ ਨਾ ਬੇਟਾ ਸਪੈਸੀਫਿਕ ਹੀਟ ਦੀ। ਸਪੈਸੀਫਿਕ ਹੀਟ may be defined as amount of heat required to change the temperature of 1 gram of substance by 1 degree Celsius. substance 1 gram है तो it is specific heat, but अगर substance 1 mole है, 1 mole, तो it is known as molar specific heat. molar specific heat, molar specific heat may be defined as the amount of heat required to raise the temperature of 1 mole of substance by 1 degree Celsius or 1 Kelvin. सारी डेफिनेशन सेम है, 1 ग्राम ऑफ सब्सटेंस की जगह 1 मोल। एग्रीड? अगर सब्सटेंस 1 ग्राम है तो इट इज़ नोन एज स्पेसिफिक हीट, एंड अगर सब्सटेंस 1 मोल है तो इट इज़ नोन एज मोलर स्पेसिफिक हीट। स्पेसिफिक हीट इज़ डिनोटेड बाय स्मॉल सी, मोलर स्पेसिफिक हीट इज़ डिनोटेड बाय कैपिटल सी, एंड कैपिटल सी ते स्मॉल सी च रिलेशन आ होंदा बेटा। मोलर स्पेसिफिक हीट इज़ इक्वल टू एम इंटू स्मॉल स्पेसिफिक हीट। ये मैं बना के हटा हूँ नहीं, आ देखो पिछे ई तो बनाया सीगा भी 1 ग्राम सबसटेंस वास्ते कितनी हीट चाहिए है, स्मॉल सी। 1 ग्राम ऑफ सबसटेंस वास्ते कितनी हीट चाहिए, स्मॉल सी। m ग्राम ऑफ सबसटेंस वास्ते कितनी हीट चाहिए, m इंटू स्मॉल सी। m ग्राम मतलब 1 मोल, m ग्राम ऑफ सबसटेंस मतलब 1 मोल ऑफ सबसटेंस, है ना। तो 1 ग्राम वास्ते इन्नी हीट चाहिए, 1 मोल वास्ते इन्नी हीट चाहिए। 1 ग्राम ऑफ सबसटेंस वाली हीट नूं की बोलते हैं बेटा, स्पेसिफिक हीट। 1 मोल वाली हीट नूं की बोलते हैं, मोलर स्पेसिफिक हीट। सो दिस इज नोन एज मोलर स्पेसिफिक हीट, आ वाली, है ना। सो मोलर स्पेसिफिक हीट इज इक्वल टू m इंटू स्पेसिफिक हीट। ओके, क्लियर? अच्छा लिसन 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 लिसन, एक फार्मूला होर बनाने बेटा, वेट अ मिनट। ਹੁਣ ਆਪਾਂ ਨੂੰ ਪਤਾ ਵੀ ਹੀਟ ਕੈਲਕੂਲੇਟ ਕਰਨ ਦਾ ਫਾਰਮੂਲਾ ਆਪਾਂ ਨੂੰ ਆਉਂਦਾ ਹੈ mc∆T। ਹੀਟ ਕੈਲਕੂਲੇਟ ਕਰਨ ਦਾ ਫਾਰਮੂਲਾ mc∆T, ਠੀਕ ਹੈ ਬੇਟਾ। ਤੇ ਇੱਥੋਂ c small c is equal to capital C by capital M। ਇੱਥੋਂ ਇੱਥੇ ਪੁੱਟ ਕਰ ਦੋ कैपिटल C बाई कैपिटल M। ये बन गया स्मॉल m बाई कैपिटल M इंटू कैपिटल C∆T। स्मॉल m बाई कैपिटल M होंगे नंबर ऑफ मोल्स, पता ही है ना थोनू, नंबर ऑफ मोल्स। तो बेटा हीट कैलकुलेट करने का दूसरा फार्मूला बन गया, मतलब हीट कैलकुलेट करने के 2 फार्मूले बन गए। एक Q इज इक्वल टू mc∆T, एक Q इज इक्वल टू n कैपिटल C∆T, है ना। ये दोनों फार्मूले नाल हीट कैलकुलेट होएगी। अगर तुसी मास वाला फार्मूला यूज़ कर रहे हो, m इज़ मास, फिर c इज़ स्पेसिफिक हीट। अगर तुसी नंबर ऑफ मोल्स वाला फार्मूला यूज़ कर रहे हो, n इज़ नंबर ऑफ मोल्स, फिर c इज़ मोलर स्पेसिफिक हीट। इन्ना ख्याल रखियो, जे तुसी मास वाला फार्मूला यूज़ करना है फिर स्पेसिफिक हीट यूज़ करा करते हैं, जे नंबर ऑफ मोल्स वाला फार्मूला यूज़ करना है फिर मोलर स्पेसिफिक हीट यूज़ करा करते हैं। स्पेसिफिक हीट तो मोलर स्पेसिफिक हीट च फर्क है। स्पेसिफिक हीट यू होंगी है फॉर 1 ग्राम ऑफ सबसटेंस, एंड मोलर स्पेसिफिक हीट होंगी है फॉर 1 मोल ऑफ सबसटेंस। 1 मोल कह लो या m ग्राम ऑफ सबसटेंस कह लो। क्लियर बेटा? अच्छा, स्पेसिफिक हीट के यूनिट्स थोनों दसे सीगे, जाउल्स पर kg पर सेल्सियस या अर्ग्स पर ग्राम पर सेल्सियस या कैलोरीज पर kg पर सेल्सियस या कैलोरीज पर ग्राम पर सेल्सियस। मोलर स्पेसिफिक हीट के यूनिट्स आ जाउल्स, है ना। एक kg ते ग्राम की जगह मोल्स आ जाएगा, जाउल पर मोल पर सेल्सियस
ergs per mole per Celsius, calorie per mole per Celsius. These are the units of molar specific heat. ਤਾਂ ਬੇਟਾ ਯੂਨਿਟਸ ਤੋਂ ਪਹਿਚਾਨ ਹੋ ਜਾਂਦੀ ਹੈ, ਯੂਨਿਟਸ ਤੋਂ ਵੀ ਕਿਹੜੀ ਮੋਲਰ ਸਪੈਸੀਫਿਕ ਹੀਟ ਹੈ। ਜਿਹੜੀ ਕਿਲੋਗ੍ਰਾਮ ਜਾਂ ਗ੍ਰਾਮ 'ਚ ਹੋਏਗੀ ਉਹ ਸਪੈਸੀਫਿਕ ਹੀਟ ਹੋਏਗੀ। ਕਿਲੋਗ੍ਰਾਮ ਜਾਂ ਗ੍ਰਾਮ ਵਾਲੀ ਕਿਹੜੀ ਹੋਏਗੀ ਬੇਟਾ ਸਪੈਸੀਫਿਕ ਹੀਟ। ਜਿਹੜੀ ਮੋਲਸ ਵਾਲੀ ਹੋਏਗੀ ਦੈਟ ਇਜ਼ ਮੋਲਰ ਸਪੈਸੀਫਿਕ ਹੀਟ। clear? So this is about specific heat and molar specific heat. Hope you understand very well. Thank you very much.